ਕੋਰੋਨਾ ਵਾਇਰਸ ਇੱਕ ਮਹਾਮਾਰੀ ਦੇ ਤੌਰ 'ਤੇ ਸਾਡੀ ਜ਼ਿੰਦਗੀ ਵਿੱਚ ਕਈ ਬਦਲਾਵ ਅਤੇ ਚੁਣੌਤੀਆਂ ਲੈ ਕੇ ਆਇਆ ਹੈ। ਇਹਨਾਂ ਚੁਣੌਤੀਆਂ ਵਿੱਚੋਂ ਇੱਕ ਅਹਿਮ ਚੁਣੌਤੀ ਡਰ ਅਤੇ ਮਾਨਸਿਕ ਤਣਾਅ ਦੀ ਹੈ। ਆਮ ਆਦਮੀ ਦੇ ਇਸ ਡਰ ਅਤੇ ਤਣਾਅ ਉੱਤੇ ਜਿੱਤ ਹਾਸਿਲ ਕਰਨ ਲਈ HDFC ਪਰਿਵਰਤਨ, ਸੱਚ ਸੁਸਾਇਟੀ ਅਤੇ ਮਾਈਂਡਪਲਸ ਨੇ ਇਕਜੁੱਟ ਹੋ ਕੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਮਾਈਂਡਪਲਸ ਇੱਕ ਐਸੀ ਸੰਸਥਾ ਹੈ ਜਿਹੜੀ ਕਿ ਲੋਕਾਂ ਦੇ ਮਨ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਕੰਮ ਕਰਦੀ ਹੈ ਅਤੇ ਸਮਾਜ ਦੇ ਹਰ ਤਬਕੇ ਤੱਕ ਆਪਣੀਆਂ ਸੇਵਾਵਾਂ ਪਹੁੰਚਾਉਂਦੀ ਹੈ। ਅੱਗੇ ਦਿਖਾਈ ਜਾਣ ਵਾਲੀ ਵੀਡੀਓ ਇਸ ਮੁਹਿੰਮ ਦਾ ਇੱਕ ਹਿੱਸਾ ਹੈ। ਸਾਨੂੰ ਉਮੀਦ ਹੈ ਕਿ ਇਸ ਚੁਣੌਤੀ ਵਿੱਚ ਇਹ ਤੁਹਾਡਾ ਮਾਰਗਦਰਸ਼ਨ ਕਰੇਗੀ। ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ। ਆਮ ਆਦਮੀ ਤੋਂ ਲੈ ਕੇ ਅਮੀਰ ਤੋਂ ਅਮੀਰ ਆਦਮੀ ਤੱਕ ਇਸ ਸਮੱਸਿਆ ਤੋਂ ਜੂਝ ਰਿਹਾ ਹੈ ਅਤੇ ਪਰੇਸ਼ਾਨ ਹੈ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਵੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਦੀਪ ਸਿੰਘ ਅਤੇ ਮੈਂ ਮਾਈਂਡਪਲਸ ਨਾਮਕ ਇੱਕ ਸੰਸਥਾ ਵਿੱਚ ਮਨੋਵਿਗਿਆਨਿਕ ਦੇ ਤੌਰ 'ਤੇ ਕੰਮ ਕਰਦਾ ਹਾਂ। ਮਨੋਵਿਗਿਆਨ ਮਤਲਬ ਮਨ ਦੇ ਵਿਗਿਆਨ ਦੀ ਪੜ੍ਹਾਈ ਕਰਨ ਵਾਲਾ। ਅਤੇ ਇਸ ਵੀਡੀਓ ਰਾਹੀਂ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਸੰਬੋਧਿਤ ਕਰ ਰਿਹਾ ਜਿਹੜੇ ਰੋਜ਼ਾਨਾ ਆਮਦਨ ਤੋਂ ਆਪਣੀ ਰੋਜ਼ੀ ਰੋਟੀ ਚਲਾ ਰਹੇ ਸੀ, ਪਰ ਹੁਣ ਇਸ ਮਹਾਂਮਾਰੀ ਦੇ ਕਾਰਨ ਉਹ ਮਜਬੂਰ ਹੋ ਚੁੱਕੇ ਹਨ ਕਿ ਉਹ ਆਪਣੇ ਘਰ ਬੈਠਣ ਤਾਂ ਕਿ ਉਹ ਬਾਹਰ ਨਿਕਲਣ 'ਤੇ ਇਨਫੈਕਸ਼ਨ ਨਾ ਹੋਵੇ। ਅਤੇ ਇਹ ਸਮਾਂ ਸਾਰਿਆਂ ਲਈ ਹੀ ਬਹੁਤ ਔਖਾ ਹੈ, ਪਰ ਇਸ ਤਬਕੇ ਲਈ ਖਾਸ ਕਰਕੇ ਚਿੰਤਾਵਾਂ ਥੋੜ੍ਹੀਆਂ ਵੱਧ ਨੇ। ਅਤੇ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਕੁਛ ਐਸੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹਾਂਗਾ ਜਿਹੜੀਆਂ ਕਿ ਤੁਹਾਨੂੰ ਇਸ ਔਖੇ ਸਮੇਂ ਦੇ ਵਿੱਚੋਂ ਸੁਖੀ ਅਤੇ ਥੋੜ੍ਹਾ ਆਸਾਨ ਤੌਰ 'ਤੇ ਨਿਕਲਣ ਦੇ ਵਿੱਚ ਮਦਦ ਕਰ ਸਕਦੀਆਂ ਨੇ। ਪਹਿਲਾ ਹੈ ਕਿ ਅਸੀਂ ਆਮ ਤੌਰ 'ਤੇ ਜਾਂ ਤਾਂ ਭਵਿੱਖ ਦੇ ਵਿੱਚ ਜੀ ਰਹੇ ਹੁੰਦੇ ਹਾਂ ਜਾਂ ਫਿਰ ਆਪਣੇ ਪਿਛੋਕੜ ਦੇ ਵਿੱਚ ਆਪਣਾ ਇੱਕ ਪੈਰ ਹੁੰਦਾ ਹੈ। ਆਮ ਤੌਰ 'ਤੇ ਗੱਲ ਕਰੀਏ ਤਾਂ ਆਪਾਂ ਨੂੰ ਜ਼ਿਆਦਾਤਰ ਇਹ ਚਿੰਤਾ ਰਹਿੰਦੀ ਹੈ ਕਿ ਕੱਲ੍ਹ ਮੈਂ ਆਪਣੀ ਰੋਟੀ ਕਿਵੇਂ ਕਮਾਵਾਂਗਾ, 1 ਮਹੀਨੇ ਬਾਅਦ ਮੇਰੇ ਪਰਿਵਾਰ ਦਾ ਕੀ ਬਣੇਗਾ, ਕੀ ਮੈਂ 1 ਸਾਲ ਤੋਂ ਬਾਅਦ ਇਸ ਰੋਜ਼ਾਨਾ ਆਮਦਨ ਦੇ ਗੇੜੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਪਰਿਵਾਰ ਲਈ ਕੁਝ ਕਰ ਪਾਵਾਂਗਾ ਜਾਂ ਆਪਣੇ ਖੁਦ ਦੇ ਵਾਸਤੇ ਇੱਕ ਐਸਾ ਮੁਕਾਮ ਹਾਸਿਲ ਕਰ ਪਾਵਾਂਗਾ ਜਿਹੜਾ ਕਿ ਮੈਨੂੰ ਆਮ ਲੋਕਾਂ ਦੀ ਜਿਹੜਾ ਤਬਕਾ ਹੈ ਜਾਂ ਥੋੜ੍ਹਾ ਸੁਖੀ ਤਬਕਾ ਹੈ ਉਹਦੇ ਵਿੱਚ ਪਾ ਸਕੇ। ਪਰ ਦੋਸਤੋ, ਹੁਣ ਅਗਰ ਆਪਾਂ ਦੇਖੀਏ ਅੱਜ ਦੀ ਸਿਚੁਏਸ਼ਨ, ਅੱਜ ਦਾ ਜਿਹੜਾ ਮਾਹੌਲ ਹੈ, ਹਰ ਕੋਈ ਮਜਬੂਰ ਹੋ ਚੁੱਕਾ ਹੈ ਸਿਰਫ ਔਰ ਸਿਰਫ ਆਪਣੇ ਅੱਜ ਦੇ ਬਾਰੇ ਸੋਚਣ ਲਈ। ਚਾਹੇ ਉਹ ਗਰੀਬ ਆਦਮੀ ਹੈ, ਚਾਹੇ ਉਹ ਮਿਡਲ ਕਲਾਸ ਤਬਕਾ ਹੈ, ਚਾਹੇ ਉਹ ਅਮੀਰ ਆਦਮੀ ਹੈ, ਹਰ ਕਿਸੇ ਦੇ ਪਲਾਨ ਤਰੇ ਦੇ ਤਰੇ ਰਹਿ ਜਾ ਚੁੱਕੇ ਹਨ। ਠੀਕ ਹੈ, ਇੱਕ ਪਾਸੇ ਤਾਂ ਇਹ ਚਿੰਤਾ ਦਾ ਵਿਸ਼ੇ ਹੈ ਕਿ ਅਸੀਂ ਇਹ ਨਹੀਂ ਸੋਚ ਸਕਦੇ ਕਿ ਹੁਣ ਮੇਰਾ ਕੱਲ੍ਹ ਦਾ ਕੀ ਬਣੇਗਾ, ਮੇਰੇ ਪਰਸੋਂ ਦਾ ਕੀ ਬਣੇਗਾ। ਪਰ ਦੂਸਰੇ ਪਾਸੇ ਕੁਦਰਤ ਨੇ ਇੱਕ ਇਹ ਵੀ ਕਹਿ ਲਓ ਇੱਕ ਜ਼ਰੀਆ ਬਣਾਇਆ ਹੈ ਕਿ ਆਦਮੀ ਜਿਹੜਾ ਕਿ ਆਪਣੀਆਂ ਉਲਝਣਾਂ ਦੇ ਵਿੱਚ ਉਲਝੀ ਜਾ ਰਿਹਾ ਸੀਗਾ, ਆਪਣਾ ਅੱਜ ਜੀਣ ਦੀ ਬਜਾਏ ਆਪਣੇ ਕੱਲ੍ਹ 'ਤੇ ਉਸਦੀ ਨਜ਼ਰ ਸੀ ਜਾਂ ਪਰਸੋਂ 'ਤੇ ਉਸਦੀ ਨਜ਼ਰ ਸੀ, ਉਸਨੂੰ ਮੌਕਾ ਮਿਲਿਆ ਹੈ ਕਿ ਆਪਣੇ ਅੱਜ ਵਿੱਚ ਜੀਣ ਦਾ। ਮੈਂ ਮੰਨਦਾ ਹਾਂ ਬਹੁਤ ਸਾਰੇ ਲੋਕ ਐਸੇ ਹੋਣਗੇ ਜਿਨ੍ਹਾਂ ਦਾ ਰੋਜ਼ਾਨਾ ਆਮਦਨ ਤੋਂ ਚੱਲਦਾ ਸੀ ਅਤੇ ਹੁਣ ਉਹ ਰੋਜ਼ਾਨਾ ਆਮਦਨ ਬੰਦ ਹੈ। ਪਰ ਮੈਂ ਉਮੀਦ ਕਰਦਾ ਹਾਂ ਕਿ ਵੋਲੰਟੀਅਰਸ ਦੇ ਦੁਆਰਾ ਜਾਂ ਸਰਕਾਰ ਦੇ ਦੁਆਰਾ ਉਹਨਾਂ ਨੂੰ ਰਾਸ਼ਨ ਪਾਣੀ ਟਾਈਮ ਟੂ ਟਾਈਮ ਪਹੁੰਚ ਰਿਹਾ ਹੈ ਜਾਂ ਮਿਲ ਰਿਹਾ ਹੈ। ਅਤੇ ਇਸ ਦੌਰਾਨ ਦੋਸਤੋ, ਅਗਰ ਇੰਨਾ ਵੀ ਆਪਣੇ ਲਈ ਹੋ ਰਿਹਾ ਹੈ ਤਾਂ ਅਗਰ ਆਪਾਂ ਚਾਹੁੰਦੇ ਹਾਂ ਕਿ ਆਪਣੀਆਂ ਬਾਕੀ ਦੀਆਂ ਚਿੰਤਾਵਾਂ ਦਾ ਕੋਈ ਹੱਲ ਨਿਕਲੇ ਤਾਂ ਉਹਦੇ ਲਈ ਸਾਨੂੰ ਹੀ ਆਪਣਾ ਇੱਕ ਜ਼ਰੀਆ ਬਣਨਾ ਪਵੇਗਾ, ਇੱਕ ਸਪੋਰਟ ਸਿਸਟਮ ਬਣਨਾ ਪਵੇਗਾ ਜਿਹਦੇ ਨਾਲ ਆਪਾਂ ਇਹਨਾਂ ਚਿੰਤਾਵਾਂ ਤੋਂ ਕੁਝ ਹੱਦ ਤੱਕ ਰਾਹਤ ਮਹਿਸੂਸ ਕਰੀਏ। ਤਾਂ ਪਹਿਲਾਂ ਜਿਵੇਂ ਮੈਂ ਕਿਹਾ ਕਿ ਇੱਕ ਮੌਕਾ ਹੈ, ਇੱਕ ਜ਼ਰੀਆ ਹੈ ਆਪਣੇ ਆਪ ਨੂੰ ਅੱਜ ਦੇ ਵਿੱਚ ਜੀਣ ਲਈ।
ਜਦ ਮੈਂ ਗੱਲ ਕਰਦਾ ਕਿ ਅੱਜ ਦੇ ਵਿੱਚ ਕਿਵੇਂ ਜੀਣਾ ਹੈ, ਤਾਂ ਉਸ ਦਾ ਉਦਾਹਰਣ ਇਹ ਹੈ ਕਿ ਆਪਣੇ ਆਪ ਆਪਾਂ ਆਮ ਤੌਰ 'ਤੇ ਸੋਚਦੇ ਰਹਿੰਦੇ ਹਾਂ ਕਿ ਮੈਂ ਵੱਡਾ ਹੋ ਕੇ ਕੀ ਬਣਾਂਗਾ, ਜਾਂ ਮੇਰਾ ਆਉਣ ਵਾਲਾ ਭਵਿੱਖ ਕਿਵੇਂ ਹੋਏਗਾ। ਪਰ ਜਦੋਂ ਆਪਾਂ ਵੱਡੇ ਵੀ ਹੋ ਜਾਂਦੇ ਹਾਂ ਤਾਂ ਵੀ ਇਹ ਚਿੰਤਾਵਾਂ ਕਦੀ ਦੂਰ ਨਹੀਂ ਹੁੰਦੀਆਂ। ਪਰ ਹੁਣ ਅਗਰ ਆਪਾਂ ਗੱਲ ਕਰੀਏ, ਆਪਾਂ ਇੱਕ ਦਿਨ ਤੋਂ ਜ਼ਿਆਦਾ ਸੋਚ ਨਹੀਂ ਪਾਵਾਂਗੇ, ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਆਪਣਾ ਅਗਲਾ ਆਉਣ ਵਾਲਾ ਦਿਨ ਕਿਹੋ ਜਿਹਾ ਹੋਵੇਗਾ। ਇਹ ਸਿਰਫ ਤੁਹਾਡੇ ਲਈ ਨਹੀਂ ਹੈ, ਇਹ ਇੱਕ ਆਮ ਆਦਮੀ ਤੋਂ ਲੈ ਕੇ ਇੱਕ ਵੱਡੇ ਤੋਂ ਵੱਡੇ ਆਦਮੀ ਲਈ ਇਹ ਜਾਣਕਾਰੀ ਜਿਹੜੀ ਹੈ ਉਹ ਮਾਇਨੇ ਰੱਖਦੀ ਹੈ। ਅਤੇ ਜਦ ਗੱਲ ਕਰੀਏ ਕਿ ਅੱਜ ਦੇ ਵਿੱਚ ਕਿਵੇਂ ਜੀਣਾ ਹੈ, ਤਾਂ ਉਹਦੇ ਵਿੱਚ ਆਪਾਂ ਗੱਲ ਕਰ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਚੀਜ਼ ਆਪਾਂ ਨੂੰ ਕੀ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸੋਚਣਾ ਹੈ ਕਿ ਕੰਮ ਨਹੀਂ ਹੈ, ਪਰ ਆਪਣੀ ਇੱਕ ਰੂਟੀਨ ਹੋਣੀ ਬਹੁਤ ਜ਼ਰੂਰੀ ਹੈ। ਸਵੇਰੇ ਤੜਕੇ ਉੱਠ ਕੇ, ਜਿਵੇਂ ਕਿ ਪਹਿਲਾਂ ਤੁਸੀਂ ਕੰਮ 'ਤੇ ਜਾਂਦੇ ਸੀ, ਹੁਣ ਵੀ ਅਗਰ ਸਵੇਰੇ ਉਸੇ ਟਾਈਮ ਜਾਂ ਥੋੜ੍ਹਾ ਬਹੁਤ ਅੱਗੇ ਪਿੱਛੇ ਉੱਠੋ, ਇੱਕ ਆਪਣੇ ਦਿਮਾਗ ਦੇ ਵਿੱਚ ਟਾਈਮ ਸੈੱਟ ਕਰ ਲਓ ਕਿ ਅੱਗੇ ਮੈਂ 5 ਵਜੇ ਉੱਠਦਾ ਸੀ ਜਾਂ 6 ਵਜੇ ਉੱਠਦਾ ਸੀਗਾ, ਹੁਣ ਮੈਂ 6 6:30 ਵਜੇ ਉੱਠ ਜਾਇਆ ਕਰਾਂਗਾ। ਅਤੇ ਘਰ ਦੇ ਕੰਮ ਕਾਰਾਂ ਦੇ ਵਿੱਚ ਆਪਣਾ ਜਿਹੜਾ ਪਰਿਵਾਰ ਹੈ ਉਸ ਦੀ ਮਦਦ ਕਰਾਂਗਾ। ਇਸ ਦਾ ਹੋਵੇਗਾ ਕੀ ਦੋਸਤੋ, ਮਤਲਬ ਤੁਸੀਂ ਸੋਚੋਗੇ ਕਿ ਇਹ ਚੀਜ਼ ਆਮਦਨ ਤਾਂ ਨਹੀਂ ਲੈ ਕੇ ਆਏਗੀ। ਨਹੀਂ, ਇਹ ਚੀਜ਼ ਆਮਦਨ ਤਾਂ ਨਹੀਂ ਲੈ ਕੇ ਆਏਗੀ, ਪਰ ਜਿਹੜਾ ਆਪਣਾ ਮਨ ਹੈ ਨਾ ਦੋਸਤੋ, ਇਹ ਬਿਜ਼ੀ ਰਹਿਣ ਦਾ ਆਦੀ ਹੈ। ਇਹਨੂੰ ਕੋਈ ਨਾ ਕੋਈ ਕੰਮ ਦੇਣਾ ਜ਼ਰੂਰੀ ਹੈ। ਅਗਰ ਵਿਹਲਾ ਬਿਠਾ ਦਿੱਤਾ ਤਾਂ ਇਹ ਉਹਨਾਂ ਵਿਚਾਰਾਂ ਵੱਲ ਜਾਏਗਾ ਜਿਹੜੇ ਕਿ ਚਿੰਤਾ ਵੱਲ ਲੈ ਕੇ ਜਾਂਦੇ ਹਨ, ਜਿਹੜੇ ਕਿ ਟੈਨਸ਼ਨ ਵੱਲ ਲੈ ਕੇ ਜਾਂਦੇ ਹਨ, ਜਿਹੜੇ ਕਿ ਤਣਾਅ ਵੱਲ ਲੈ ਕੇ ਜਾਂਦੇ ਹਨ ਆਉਣ ਵਾਲੇ ਸਮੇਂ ਲਈ, ਜਾਂ ਫਿਰ ਪਿਛੋਕੜ ਵੱਲ ਲੈ ਕੇ ਜਾਏਗਾ। ਇਸ ਕਰਕੇ ਆਪਾਂ ਇਸ ਮਨ ਨੂੰ ਕੰਮ ਲਾਉਣਾ ਹੈ। ਤਾਂ ਅਗਰ ਸਵੇਰੇ ਇੱਕ ਦਿਨਚਰਿਆ ਸ਼ੁਰੂ ਕਰੀਏ, ਆਪਾਂ ਸਵੇਰੇ ਤੜਕੇ ਉੱਠਦੇ ਹਾਂ ਜਾਂ ਜਿਸ ਟਾਈਮ ਵੀ ਆਪਾਂ ਇੱਕ ਬੰਨੇ ਹੋਏ ਸਮੇਂ 'ਤੇ ਉੱਠ ਰਹੇ ਹਾਂ, ਤਾਂ ਮਨ ਨੂੰ ਪਤਾ ਹੈ ਕਿ ਇਹ ਮੇਰਾ ਇੱਕ ਇਹ ਉੱਠਣ ਦਾ ਟਾਈਮ ਹੈ। ਉਸ ਤੋਂ ਬਾਅਦ ਅਗਰ ਤੁਸੀਂ ਕੋਈ ਪੂਜਾ ਪਾਠ ਕਰਦੇ ਹੋ, ਠੀਕ ਹੈ, ਤਾਂ ਉਹ ਆਪਣਾ ਜਾਰੀ ਰੱਖੋ। ਉਸ ਤੋਂ ਇਲਾਵਾ ਇੱਕ ਛੋਟੀ ਜਿਹੀ ਇੱਕ ਐਕਟੀਵਿਟੀ ਕਹਿ ਲਓ ਜਾਂ ਇੱਕ ਐਕਸਰਸਾਈਜ਼ ਕਹਿ ਲਓ ਤੁਸੀਂ ਕਰਨੀ ਹੈ। ਉਹਦੇ ਵਿੱਚ ਕੀ ਕਰਨਾ ਹੈ, ਤੁਸੀਂ ਆਪਣਾ ਪੂਜਾ ਪਾਠ ਕਰਨ ਤੋਂ ਪਹਿਲਾਂ ਜਾਂ ਕਰਨ ਤੋਂ ਬਾਅਦ ਬੈਠੋ, ਆਪਣਾ ਪਿੱਠ ਸਿੱਧੀ ਰੱਖੋ, ਅੱਖਾਂ ਹਲਕੀਆਂ ਜਿਹੀਆਂ ਬੰਦ ਕਰੋ ਅਤੇ ਅੱਖਾਂ ਨੂੰ ਬੰਦ ਰਹਿਣ ਦਿਓ। ਆਪਣੇ ਸਾਹ ਤੁਸੀਂ ਹੌਲੀ ਹੌਲੀ ਲੈਣੇ ਨੇ ਅਤੇ ਲੰਬੇ ਲੈਣੇ ਨੇ, ਜਿਵੇਂ ਕਿ ਇਸ ਤਰੀਕੇ ਨਾਲ ਤੁਸੀਂ ਲੰਬੇ ਸਾਹ ਲਵੋ। ਅਤੇ ਇਹ ਸਾਹ ਲੈਂਦੇ ਹੋਏ ਤੁਸੀਂ ਆਪਣਾ ਧਿਆਨ ਕਿਸੇ ਐਸੇ ਰੱਬ ਵੱਲ ਜਿਸ ਨੂੰ ਤੁਸੀਂ ਮੰਨਦੇ ਹੋ, ਜਾਂ ਕਿਸੇ ਐਸੇ ਧਾਰਮਿਕ ਸਥਾਨ ਵੱਲ ਆਪਣਾ ਧਿਆਨ ਜੋੜ ਸਕਦੇ ਹੋ ਜਿਹੜਾ ਕਿ ਜਿਸ ਵੱਲ ਤੁਹਾਡਾ ਧਿਆਨ ਰਹਿੰਦਾ ਹੈ ਜਾਂ ਜਿੱਥੇ ਤੁਸੀਂ ਜਾਂਦੇ ਸੀ। ਕੋਸ਼ਿਸ਼ ਕਰੋ ਕਿ ਅਗਰ ਉਸ ਸਥਾਨ ਦਾ ਜਾਂ ਉਸ ਰੱਬ ਦਾ ਤੁਹਾਡੇ ਮਨ ਦੇ ਵਿੱਚ ਇੱਕ ਛਵੀ ਹੈ ਜਾਂ ਇੱਕ ਮੰਦਰ ਹੈ, ਉਸ ਦੇ ਬਾਰੇ ਆਪਣੇ ਧਿਆਨ ਨੂੰ ਕੇਂਦਰ ਕਰੋ। ਅਤੇ ਜਿਵੇਂ ਕਿ ਮੰਨ ਲਓ ਕਿ ਤੁਸੀਂ ਰਾਮ ਦਾ ਨਾਮ ਲੈਂਦੇ ਹੋ, ਤਾਂ ਆਪਣੇ ਮਨ ਦੇ ਵਿੱਚ ਕੋਸ਼ਿਸ਼ ਕਰੋ ਕਿ ਉਹ ਰਾਮ ਦਾ ਨਾਮ ਤੁਹਾਨੂੰ ਸੁਣ ਰਿਹਾ ਹੈ। ਰਾਮ ਰਾਮ ਰਾਮ, ਇਹ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ, ਜਿਵੇਂ ਆਪਣੇ ਮਨ ਦੇ ਵਿੱਚ ਵਿਚਾਰ ਚੱਲ ਰਹੇ ਹੁੰਦੇ ਨੇ। ਅਤੇ ਉਹਦੇ ਨਾਲ ਨਾਲ ਹੀ ਤੁਸੀਂ ਆਪਣੇ ਸਾਹਾਂ 'ਤੇ ਫੋਕਸ ਕਰਨਾ ਹੈ, ਆਪਣੇ ਸਾਹਾਂ ਵੱਲ ਧਿਆਨ ਰੱਖਣਾ ਹੈ। ਤਾਂ ਇਹ ਦੋਨੋਂ ਚੀਜ਼ਾਂ ਵੱਲ ਤੁਸੀਂ ਆਪਣਾ ਧਿਆਨ ਕੇਂਦਰਿਤ ਕਰਨਾ ਹੈ। ਅਤੇ ਜਦੋਂ ਤੁਸੀਂ ਇਹ ਕਰੋਗੇ, ਤੁਸੀਂ ਇਹ ਮਹਿਸੂਸ ਕਰੋਗੇ ਕਿ ਹੋਰ ਜਿੰਨੇ ਵੀ ਤੁਹਾਡੇ ਵਿਚਾਰ ਸੀਗੇ ਜਾਂ ਹੋਰ ਜਿੰਨੀਆਂ ਵੀ ਤੁਹਾਡੇ ਦਿਨ ਦੇ ਵਿੱਚ ਵਿਚਾਰ ਆਉਂਦੇ ਨੇ, ਉਹਨਾਂ ਵੱਲ ਤਾਂ ਜਿਹੜਾ ਧਿਆਨ ਘੱਟ ਗਿਆ ਹੈ, ਘੱਟੋ ਘੱਟ ਉਹਨਾਂ 5-10 ਮਿੰਟਾਂ ਲਈ। ਅਤੇ ਇਹਦੇ ਨਾਲ ਤੁਹਾਡੇ ਮਨ ਨੂੰ ਨਾ ਸਿਰਫ ਸ਼ਾਂਤੀ ਮਿਲੇਗੀ, ਇੱਕ ਠਰਮਾ ਮਿਲੇਗਾ, ਅਤੇ ਇੱਕ ਐਸਾ ਅਲੱਗ ਟਾਈਮ ਮਿਲੇਗਾ ਜਿਹੜਾ ਕਿ ਤੁਹਾਡਾ ਦਿਮਾਗ ਨੂੰ ਘੱਟ ਤੌਰ 'ਤੇ ਮਿਲਦਾ ਹੈ। ਕਿਉਂਕਿ ਤੁਸੀਂ ਦਿਨਚਰਿਆ ਆਪਣੇ ਦਿਨ ਨੂੰ ਹੀ ਦੇਖ ਲਓ, ਆਪਾਂ ਕੋਈ ਵੀ ਕੰਮ ਕਰ ਰਹੇ ਹੁੰਦੇ ਹਾਂ ਤਾਂ ਆਪਣਾ ਧਿਆਨ 100 ਜਗ੍ਹਾ ਜਾਂਦਾ ਹੈ।
ਤਾਂ ਇੱਕ ਮਨ ਨੂੰ ਆਪਣੀ ਇੱਕ ਟ੍ਰੇਨਿੰਗ ਮਿਲੇਗੀ ਕਿ ਕਿਸ ਤਰੀਕੇ ਦੇ ਨਾਲ ਆਪਣਾ ਧਿਆਨ ਇੱਕੋ ਪਾਸੇ ਲਗਾਉਣਾ ਹੈ ਤਾਂ ਕਿ ਉਹ ਇੱਧਰ ਉੱਧਰ ਨਾ ਭਟਕੇ। ਤਾਂ ਜਦੋਂ ਤੁਸੀਂ ਰੈਗੂਲਰਲੀ ਕਰੋਗੇ ਤੁਸੀਂ ਦੇਖੋਗੇ ਤੁਹਾਨੂੰ ਸ਼ਾਂਤੀ ਅਤੇ ਤੁਹਾਡਾ ਇੱਕੋ ਜਗ੍ਹਾ ਫੋਕਸ ਰਹੇਗਾ, ਤੁਹਾਡਾ ਮਨ ਲੱਗੇਗਾ ਜਿਹੜਾ ਵੀ ਤੁਸੀਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਅਤੇ ਚਿੱਤ ਵੀ ਥੋੜ੍ਹਾ ਚੰਗਾ ਲੱਗੇਗਾ। ਠੀਕ ਹੈ, ਨਹੀਂ ਤਾਂ ਆਮ ਤੌਰ 'ਤੇ ਉਹ ਉਦਾਸੀ ਵਾਲੀ ਫੀਲਿੰਗ ਜਾਂ ਫਿਰ ਉਦਾਸੀ ਵਾਲੀ ਭਾਵਨਾ ਜਾਂ ਫਿਰ ਇੱਕ ਡਰ ਜਿਹਾ ਰਹਿੰਦਾ ਹੈ ਕਿ ਕੀ ਹੋਣ ਵਾਲਾ ਹੈ, ਕੀ ਹੋਏਗਾ। ਤਾਂ ਉਸ ਤੋਂ ਇੱਕ ਹਟਾਉਣ ਲਈ ਆਪਣੀ ਬਾਡੀ ਨੂੰ ਇੱਕ ਚੰਗਾ ਫੀਲ ਕਰਾਉਣੀ, ਹਾਂ, ਨਾ ਸਿਰਫ ਤੁਹਾਡਾ ਮਨ ਚੰਗਾ ਹੋਏਗਾ ਬਲਕਿ ਤੁਹਾਡੀ ਬਾਡੀ ਨੂੰ ਵੀ ਚੰਗੀਆਂ ਵਾਈਬ੍ਰੇਸ਼ਨਸ ਜਾਣਗੀਆਂ ਅਤੇ ਹਲਕਾ ਫੀਲ ਕਰੋਗੇ। ਠੀਕ ਹੈ, ਤਾਂ ਇਸ ਐਕਸਰਸਾਈਜ਼ ਨੂੰ ਆਪਣੀ ਇੱਕ ਦਿਨਚਰਿਆ ਦਾ ਪਾਰਟ ਬਣਾਓ, ਚਾਹੇ ਉਹ ਮੋਰਨਿੰਗ ਦੇ ਵਿੱਚ ਹੋਵੇ, ਸਵੇਰ ਵੇਲੇ ਹੋਵੇ, ਚਾਹੇ ਉਹ ਸ਼ਾਮ ਵੇਲੇ ਹੋਵੇ। ਹੋ ਸਕੇ ਤਾਂ ਦੋਨੋਂ ਵੇਲੇ ਇਸ ਚੀਜ਼ ਨੂੰ ਧਿਆਨ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰੋ। ਸਵੇਰੇ ਇੱਕ ਸਮਾਂ ਬੰਨ੍ਹ ਲਓ, ਸ਼ਾਮ ਨੂੰ ਇੱਕ ਸਮਾਂ ਬੰਨ੍ਹ ਲਓ। ਠੀਕ ਹੈ, ਇਸ ਤੋਂ ਇਲਾਵਾ ਚਲੋ ਹੁਣ ਆਪਾਂ ਇਹ ਕੰਮ ਕਰ ਲਿਆ, ਹੁਣ ਅਗਲਾ ਕੰਮ ਸੋਚਣਾ ਹੈ ਕਿ ਆਪਾਂ ਅਗਲਾ ਕੰਮ ਕਿਹੜਾ ਕਰਨਾ ਹੈ। ਆਮ ਤੌਰ 'ਤੇ ਅਗਰ ਤੁਸੀਂ ਘਰਾਂ ਤੋਂ ਬਾਹਰ ਚਲੇ ਜਾਂਦੇ ਸੀਗੇ ਕੋਈ ਵੀ ਆਪਣਾ ਕੰਮ ਕਰਨ ਲਈ, ਚਾਹੇ ਉਹ ਖੇਤਾਂ ਦੇ ਵਿੱਚ ਹੈ, ਚਾਹੇ ਉਹ ਕਿਧਰੇ ਮਜ਼ਦੂਰੀ ਹੈ ਜਾਂ ਜੋ ਵੀ ਹੈ, ਹੁਣ ਤੁਸੀਂ ਅਗਰ ਉੱਥੇ ਤਾਂ ਨਹੀਂ ਜਾ ਸਕਦੇ, ਬਟ ਅਗਰ ਤੁਸੀਂ ਕੋਈ ਹੋਰ ਕੰਮਕਾਰ ਹੈ, ਜਿਵੇਂ ਕਿ ਘਰ ਕੋਈ ਗਾਂ ਮੱਝ ਹੈ ਜਾਂ ਕੋਈ ਹੋਰ ਐਸਾ ਕੰਮ ਹੈ ਜਿਹੜਾ ਕਿ ਤੁਸੀਂ ਕਰਦੇ ਸੀਗੇ ਸ਼ਾਮ ਨੂੰ ਵਾਪਸ ਆ ਕੇ, ਜਾਂ ਕੋਈ ਹੋਰ ਕਰਦਾ ਸੀਗਾ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ, ਜਾਂ ਤੁਹਾਡੇ ਘਰ ਵਾਲੇ ਕਰਦੇ ਸੀਗੇ, ਤਾਂ ਤੁਸੀਂ ਇਹ ਦੇਖਣਾ ਹੈ ਕਿ ਕਿਸੇ ਤਰੀਕੇ ਤੁਸੀਂ ਉਹਨਾਂ ਦਾ ਹੱਥ ਵਟਾਓ ਜਾਂ ਖੁਦ ਉਹ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰੋ। ਉਹਦੇ ਨਾਲ ਵੀ ਇਹ ਹੋਏਗਾ ਕਿ ਤੁਹਾਡਾ ਜਿਹੜਾ ਸਰੀਰ ਹੈ ਉਹ ਚੱਲਦਾ ਰਹੇਗਾ। ਜਦੋਂ ਸਰੀਰ ਚੱਲਦਾ ਰਹਿੰਦਾ ਹੈ ਤਾਂ ਆਪਾਂ ਕਿਸੇ ਕੰਮ ਵਿੱਚ ਰੁੱਝੇ ਰਹਿੰਦੇ ਹਾਂ ਤਾਂ ਮਨ ਵੀ ਉੱਧਰ ਲੱਗ ਜਾਂਦਾ ਹੈ। ਹਾਂ, ਹਾਲਾਂਕਿ ਅਗਰ ਧਿਆਨ ਇੱਧਰ ਉੱਧਰ ਭਟਕ ਰਿਹਾ ਹੈ, ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਗੁੱਸੇ ਨਾਲ ਨਹੀਂ ਪੇਸ਼ ਆਉਣਾ ਆਪਣੇ ਮਨ ਦੇ ਵਿੱਚ। ਆਪਾਂ ਆਮ ਤੌਰ 'ਤੇ ਦੇਖਦੇ ਹਾਂ ਕਿ ਆਪਾਂ ਆਪਣੇ ਨਾਲ ਜਿਹੜੀਆਂ ਗੱਲਾਂ ਕਰਦੇ ਹਾਂ, ਆਪਣੇ ਮਨ ਦੇ ਵਿੱਚ ਜਿਹੜੀਆਂ ਗੱਲਾਂ ਕਰਦੇ ਹਾਂ, ਆਪਾਂ ਕਦੀ ਕਦੀ ਆਪਣੇ ਨਾਲ ਹੀ ਬਹੁਤ ਗੁੱਸਾ ਕਰਦੇ ਹਾਂ ਕਿ ਨਹੀਂ। ਮਤਲਬ ਜਿਵੇਂ ਕਿ ਮੈਂ ਐਵੇਂ ਕਰ ਸਕਦਾ ਸੀ, ਮੇਰੇ ਨਾਲ ਇਹ ਹੋ ਸਕਦਾ ਸੀ, ਮੇਰੀ ਕਿਸਮਤ ਹੀ ਖਰਾਬ ਹੈ, ਮੈਂ ਕਿੱਦਾਂ ਇਸ 'ਚੋਂ ਨਿਕਲਾਂਗਾ। ਕਦੀ ਕਦੀ ਆਪਣੇ ਵਿਚਾਰ ਆਪਣੇ ਪ੍ਰਤੀ ਹੀ ਬਹੁਤ ਨੈਗੇਟਿਵ ਹੋ ਜਾਂਦੇ ਨੇ, ਆਪਾਂ ਬੜੀਆਂ ਢਹਿੰਦੀਆਂ ਕਲਾਵਾਂ ਦੇ ਵਿੱਚ ਸੋਚਣ ਲੱਗ ਪੈਂਦੇ ਹਾਂ। ਤਾਂ ਜਦੋਂ ਐਵੇਂ ਦੇ ਵਿਚਾਰ ਆਉਣ ਤਾਂ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਹੋ, ਕੋਸ਼ਿਸ਼ ਕਰੋ ਕਿ ਜਿਵੇਂ ਗਾਵਾਂ ਮੱਝਾਂ ਦੀ ਦੇਖਭਾਲ ਕਰ ਰਹੇ ਹੋ, ਉਹਨਾਂ ਨੂੰ ਪੱਠੇ ਪਾ ਰਹੇ ਹੋ, ਤਾਂ ਜਿਵੇਂ ਤੁਹਾਡੇ ਹੱਥ ਦੇ ਵਿੱਚ ਅਗਰ ਪੱਠੇ ਫੜੇ ਨੇ ਤਾਂ ਉਹਨਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਕਿਵੇਂ ਦੇ ਮਹਿਸੂਸ ਹੁੰਦੇ ਨੇ। ਅਤੇ ਗਾਵਾਂ ਮੱਝਾਂ ਦੀ ਆਵਾਜ਼ ਜਾਂ ਉਹਨਾਂ ਨੂੰ ਜਦੋਂ ਤੁਸੀਂ ਨਹਿਲਾਉਂਦੇ ਹੋ ਤਾਂ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ। ਕਹਿਣ ਦਾ ਮਤਲਬ ਹੈ ਆਪਾਂ ਆਪਣੀਆਂ ਪੰਜੋਂ ਇੰਦਰੀਆਂ ਜਿਹੜੀਆਂ ਨੇ, ਅੱਖ, ਕੰਨ, ਮੂੰਹ, ਨੱਕ, ਇਹਨਾਂ ਦਾ ਜਦੋਂ ਧਿਆਨ ਇਹ ਗੱਲ ਧਿਆਨ ਨਾਲ ਸੁਣਿਓ, ਇਹਨਾਂ ਦਾ ਜਦੋਂ ਧਿਆਨ ਅੱਜ ਵਿੱਚ ਹੋਵੇਗਾ ਤਾਂ ਤੁਹਾਡਾ ਆਪਣਾ ਆਪ ਮਨ ਜਿਹੜਾ ਹੈਗਾ ਉਸ ਕੰਮ ਵੱਲ ਲੱਗ ਜਾਵੇਗਾ। ਜਿਵੇਂ ਕਿ ਮੈਂ ਕਿਹਾ ਕਿ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਪੱਠੇ ਕਿਸ ਤਰੀਕੇ ਦੇ ਨੇ, ਖੁਰਦਰੇ ਨੇ, ਪੋਲੇ ਨੇ, ਗਲੇ ਹੋਏ ਨੇ, ਜਾਂ ਮਤਲਬ ਤਾਜ਼ਾ ਨੇ, ਕੀ ਨੇ। ਅਤੇ ਜਦੋਂ ਗਾਵਾਂ ਮੱਝਾਂ ਖਾ ਰਹੀਆਂ ਨੇ ਤਾਂ ਉਹਨਾਂ ਨੂੰ ਕੀ ਮਹਿਸੂਸ ਹੋਣ ਦੀ ਉਹਨਾਂ ਨੂੰ ਕੀ ਮਹਿਸੂਸ ਹੋ ਰਿਹਾ ਹੈ, ਜਾਂ ਕਿਵੇਂ ਦਾ ਅੱਗੋਂ ਆਵਾਜ਼ਾਂ ਕੱਢ ਰਹੀਆਂ ਨੇ ਜਾਂ ਜੋ ਵੀ ਨੇ। ਇੱਕ ਤਾਂ ਧਿਆਨ ਨਾ ਸਿਰਫ ਉਸ ਕੰਮ ਵੱਲ ਜਾ ਰਿਹਾ ਹੈ, ਪਰ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਤੁਸੀਂ ਕੁਦਰਤ ਨਾਲ ਜੁੜ ਰਹੇ ਹੋ ਇਸ ਤਰੀਕੇ ਦੇ ਨਾਲ, ਸਮਝ ਰਹੇ ਹੋ। ਤਾਂ ਇਹ ਕਰਨ ਦੇ ਨਾਲ ਤੁਹਾਡਾ ਧਿਆਨ ਜਿਹੜਾ ਹੈਗਾ ਉਹ ਪ੍ਰੈਜੈਂਟ ਮੂਮੈਂਟ ਯਾਨੀ ਕਿ ਅੱਜ ਦੇ ਵਿੱਚ ਜੁੜਿਆ ਰਹੇਗਾ। ਤਾਂ ਇਹ ਵਾਲਾ ਜਿਹੜਾ ਕੰਮ ਹੈ, ਆਪਾਂ ਪ੍ਰੈਜੈਂਟ ਮੂਮੈਂਟ ਦੇ ਵਿੱਚ ਜੁੜੇ ਰਹਿਣ ਵਾਲਾ, ਆਪਣੀਆਂ ਪੰਜਾਂ ਇੰਦਰੀਆਂ ਨੂੰ ਯੂਜ਼ ਕਰਨ ਵਾਲਾ, ਇਹ ਆਪਾਂ ਹਰੇਕ ਦਿਨ ਦੇ ਕੰਮ ਦੇ ਵਿੱਚ ਕਰ ਸਕਦੇ ਹਾਂ। ਜਿਵੇਂ ਤੁਹਾਡੇ ਹੱਥ ਵਿੱਚ ਪੱਠੇ ਫੜੇ ਨੇ, ਫਰਜ਼ ਕਰੋ, ਇਹਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਕਿ ਸਖਤ ਮਹਿਸੂਸ ਹੋ ਰਹੇ ਨੇ, ਨਰਮ ਮਹਿਸੂਸ ਹੋ ਰਹੇ ਨੇ, ਜਾਂ ਕਿਵੇਂ ਦੇ ਮਹਿਸੂਸ ਹੋ ਰਹੇ ਨੇ। ਅਤੇ ਕਹਿਣ ਦਾ ਭਾਵ ਹੈ ਤੁਸੀਂ ਆਪਣਾ ਧਿਆਨ ਆਪਣੇ ਇਸ ਮਹਿਸੂਸ ਕਰਨ ਦੀ ਸ਼ਕਤੀ ਵੱਲ ਲੈ ਕੇ ਜਾਣਾ ਹੈ।
ਅਤੇ ਇਹੀ ਚੀਜ਼ ਤੁਸੀਂ ਆਪਣੀਆਂ ਪੰਜੋਂ ਇੰਦਰੀਆਂ ਨਾਲ ਕਰ ਸਕਦੇ ਹੋ। ਪੰਜੋਂ ਇੰਦਰੀਆਂ ਆਪਣੀ ਸੁਣਨ ਦੀ ਸ਼ਕਤੀ, ਆਪਣੀ ਸਵਾਦ ਦੀ ਸ਼ਕਤੀ, ਆਪਣੀ ਦੇਖਣ ਦੀ ਸ਼ਕਤੀ, ਆਪਣੀ ਸੂੰਘਣ ਦੀ ਸ਼ਕਤੀ ਅਤੇ ਆਪਣੀ ਮਹਿਸੂਸ ਕਰਨ ਦੀ ਸ਼ਕਤੀ। ਠੀਕ ਹੈ, ਪੰਜੋਂ ਇੰਦਰੀਆਂ ਦੁਬਾਰਾ ਮੈਂ ਬੋਲ ਦਿੰਦਾ। ਆਪਣੀ ਸੁਣਨ ਦੀ ਸ਼ਕਤੀ, ਆਪਣੀ ਦੇਖਣ ਦੀ ਸ਼ਕਤੀ, ਆਪਣੀ ਸਵਾਦ ਦੀ ਸ਼ਕਤੀ, ਆਪਣੀ ਸੂੰਘਣ ਦੀ ਸ਼ਕਤੀ ਅਤੇ ਆਪਣੀ ਮਹਿਸੂਸ ਕਰਨ ਦੀ ਸ਼ਕਤੀ। ਜਦੋਂ ਆਪਾਂ ਆਪਣਾ ਧਿਆਨ ਇਹ ਪੰਜਾਂ ਇੰਦਰੀਆਂ ਵੱਲ ਲੈ ਕੇ ਜਾਵਾਂਗੇ ਤਾਂ ਆਪਾਂ ਇਹ ਦੇਖਾਂਗੇ ਕਿ ਆਪਣਾ ਜਿਹੜਾ ਮਨ ਹੈ ਉਹ ਉਸ ਪ੍ਰੈਜ਼ੈਂਟ ਉਸ ਅੱਜ ਦੇ ਪਲ ਦੇ ਵਿੱਚ ਆ ਚੁੱਕਾ ਹੈ ਅਤੇ ਉਹ ਆਪਣੇ ਸਾਰੇ ਵਿਚਾਰ ਪਾਸੇ ਹੋ ਗਏ ਨੇ। ਜਿਵੇਂ ਕਿ ਮੈਂ ਇੱਕ ਤੁਹਾਨੂੰ ਹੋਰ ਵਧੀਆ ਉਦਾਹਰਣ ਦਿੰਦਾ। ਜਦੋਂ ਇੱਕ ਆਪਾਂ ਛੋਟੇ ਬੱਚੇ ਨੂੰ ਦੇਖਦੇ ਹਾਂ ਤਾਂ ਅਕਸਰ ਆਪਾਂ ਦੇਖਿਆ ਕਿ ਜਿਵੇਂ ਮਿੱਟੀ 'ਚ ਖੇਡਦੇ ਨੇ, ਕਿ ਦੇਖਿਆ ਕਿ ਉਹ ਬੜੇ ਚਾਅ ਦੇ ਨਾਲ ਮਿੱਟੀ ਨੂੰ ਆਪਣੇ ਹੱਥਾਂ ਨਾਲ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਨੇ, ਚੱਟਦੇ ਨੇ ਜਾਂ ਉਹਦੇ ਆਪਣੇ ਘਰ ਬਣਾਉਂਦੇ ਨੇ, ਸੂੰਘਦੇ ਨੇ। ਮਤਲਬ ਉਹਨਾਂ ਦਾ ਧਿਆਨ ਪੂਰੀ ਤਰੀਕੇ ਨਾਲ ਉਹਦੇ ਵਿੱਚ ਖੁੱਭ ਚੁੱਕਾ ਹੁੰਦਾ। ਠੀਕ ਹੈ, ਪਰ ਜਿਵੇਂ ਜਿਵੇਂ ਆਪਣੇ ਵੱਡੇ ਹੁੰਦੇ ਆ, ਆਪਣੇ ਮਨ ਦੀ ਗਤੀਵਿਧੀਆਂ ਵੱਧਦੀਆਂ ਨੇ, ਆਪਣਾ ਧਿਆਨ ਇੱਧਰ ਉੱਧਰ ਪਹੁੰਚ ਜਾਂਦਾ ਹੈ ਨਾ। ਅਤੇ ਆਪਾਂ ਆਪਣੇ ਆਪ ਨੂੰ ਫਿਰ ਉਵੇਂ ਹੀ ਟ੍ਰੇਨ ਕਰਨਾ ਹੈ ਕਿ ਆਪਾਂ ਜਿਹੜੀਆਂ ਆਪਣੀਆਂ ਪੰਜੋਂ ਇੰਦਰੀਆਂ ਸੀਗੀਆਂ ਉਹਨਾਂ ਨੂੰ ਅਗਰ ਆਪਾਂ ਉਹਨਾਂ ਦੀ ਸ਼ਕਤੀ ਨੂੰ ਯੂਜ਼ ਕਰਨਾ ਦੁਬਾਰਾ ਸਿੱਖੀਏ ਜਾਂ ਟ੍ਰੇਨ ਕਰੀਏ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਨੂੰ ਯੂਜ਼ ਕਰਨ ਲਈ, ਆਪਣਾ ਧਿਆਨ ਅੱਜ ਦੇ ਵਿੱਚ ਰਹੇਗਾ। ਬਹੁਤ ਸਿੰਪਲ ਜੀ ਟੈਕਨੀਕ ਹੈ। ਜਦੋਂ ਵੀ ਤੁਹਾਡਾ ਧਿਆਨ ਇੱਧਰ ਉੱਧਰ ਭਟਕੇ, ਰੋਟੀ ਖਾ ਰਹੇ ਹੋ ਤਾਂ ਉਸ ਸਵਾਦ ਨੂੰ, ਚਾਹੇ ਉਹ ਨੋਰਮਲ ਜੀ ਦਾਲ ਰੋਟੀ ਹੈ, ਫਿਰ ਵੀ ਮਹਿਸੂਸ ਕਰੋ ਕਿ ਉਹ ਤੁਹਾਡੀ ਜੀਭ 'ਤੇ ਕਿਹੋ ਜਿਹਾ ਫੀਲ ਹੋ ਰਿਹਾ। ਠੀਕ ਹੈ, ਅਤੇ ਉੱਦਾਂ ਹੀ ਕੋਈ ਹੋਰ ਕੰਮ ਕਰ ਰਹੇ ਹੋ, ਜਿਵੇਂ ਚਰਖਾ ਕੱਟ ਰਹੇ ਹੈ ਘਰ ਦਾ ਕੋਈ ਬੰਦਾ, ਤਾਂ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਕੀ ਆਵਾਜ਼ ਆ ਰਹੀ ਹੈ, ਚਾਹੇ ਉਹ ਚੰਗੀ ਹੈ ਮਾੜੀ ਹੈ, ਆਪਾਂ ਇਹ ਨਹੀਂ ਸੋਚਣਾ। ਆਪਾਂ ਬਸ ਆਪਣਾ ਧਿਆਨ ਉੱਥੇ ਲਗਾਉਣਾ। ਥੋੜ੍ਹੇ ਟਾਈਮ ਬਾਅਦ ਤੁਸੀਂ ਦੇਖੋਗੇ ਕਿ ਕੁਦਰਤ ਦੇ ਕੁਛ ਐਸੇ ਤਰੀਕੇ ਨੇ ਜਾਂ ਕੁਦਰਤ ਦੀ ਕੁਛ ਐਸੀ ਸ਼ਕਤੀਆਂ ਨੇ ਜਿਹੜੀਆਂ ਕਿ ਆਪਾਂ ਬਿਲਕੁਲ ਪਰਦੇ ਦੇ ਪਿੱਛੇ ਸੁੱਟ ਦਿੰਦੇ ਸੀਗੇ, ਪਰ ਇਹਨਾਂ ਚੀਜ਼ਾਂ ਨੂੰ ਜਿੰਨਾ ਆਪਾਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਓਨਾ ਹੀ ਆਪਾਂ ਚੰਗਾ ਮਹਿਸੂਸ ਕਰਦੇ ਹਾਂ, ਕਿਉਂਕਿ ਆਪਣਾ ਧਿਆਨ ਉੱਥੇ ਰਹਿੰਦਾ। ਤੁਸੀਂ ਮੰਨੋਗੇ ਨਹੀਂ, ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਆਰਟੀਫਿਸ਼ਲ ਤੌਰ 'ਤੇ ਖਾਸ ਕਰਕੇ ਇੱਕ ਪਿੰਡਾਂ ਵਾਲਾ ਸੀਨ ਬਣਾਇਆ ਜਾਂਦਾ ਹੈ ਜਿੱਥੇ ਜਾ ਕੇ ਲੋਕ ਖੁਸ਼ ਮਹਿਸੂਸ ਕਰਦੇ ਨੇ। ਇਹ ਤੁਹਾਨੂੰ ਵੈਸੇ ਹੀ ਮਿਲਿਆ ਹੈ, ਤੁਹਾਨੂੰ ਮੁੱਢ ਤੋਂ ਮਿਲਿਆ ਹੈ, ਤੁਸੀਂ ਉੱਥੇ ਜੀ ਰਹੇ ਹੋ, ਪਲ ਰਹੇ ਹੋ, ਅਤੇ ਤੁਹਾਡੇ ਲਈ ਇੱਕ ਤਾਂ ਇਹ ਕਹਿ ਲਓ ਕਿ ਭਾਗ ਵਾਲੀ ਗੱਲ ਹੈ ਕਿ ਤੁਹਾਨੂੰ ਉਹ ਚੀਜ਼ਾਂ ਵੈਸੇ ਹੀ ਮਹਿਸੂਸ ਕਰ ਸਕਦੇ ਹੋ ਤੁਸੀਂ। ਠੀਕ ਹੈ, ਤਾਂ ਹੁਣ ਇਹ ਚੀਜ਼ਾਂ ਆਪਾਂ ਕਰਨੀਆਂ ਨੇ ਆਪਣੇ ਦਿਨ ਦੇ ਵਿੱਚ। ਠੀਕ ਹੈ, ਹੋ ਸਕੇ ਤਾਂ ਆਪਣੀ ਘਰਵਾਲੀ ਜਾਂ ਘਰਵਾਲੇ ਦੋਨਾਂ ਦਾ ਆਪਾਂ ਹੱਥ ਵਟਾਉਣਾ ਹੈ। ਠੀਕ ਹੈ, ਜ਼ਰੂਰੀ ਨਹੀਂ ਹੈ ਕਿ ਮੈਂ ਮਰਦ ਹਾਂ ਤਾਂ ਮੈਂ ਸਿਰਫ ਉਹੀ ਕੰਮ ਕਰਾਂਗਾ ਜਿਹੜਾ ਮੈਂ ਪਹਿਲਾਂ ਕਰਦਾ ਸੀ। ਠੀਕ ਹੈ, ਦੋਨੋਂ ਚੀਜ਼ਾਂ ਆਪਾਂ ਕਰ ਸਕਦੇ ਹਾਂ। ਬੈਲੈਂਸ ਆਪਾਂ ਨੂੰ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਵਕਤ ਹੋ ਸਕਦਾ ਹੈ ਕਿ ਆਪਣੇ ਜਿਹੜੇ ਘਰ ਦੇ ਦੂਸਰੇ ਮੈਂਬਰ ਨੇ, ਜਿਹੜੇ ਘਰ ਰਹਿ ਕੇ ਕੰਮ ਕਰਦੇ ਸੀਗੇ, ਉਹਨਾਂ 'ਤੇ ਜ਼ਿਆਦਾ ਕੰਮ ਦਾ ਲੋਡ ਆ ਗਿਆ ਹੋਵੇ ਜਾਂ ਉਹਨਾਂ 'ਤੇ ਪ੍ਰੈਸ਼ਰ ਆ ਗਿਆ ਹੋਵੇ ਕਿ ਉਹਨਾਂ ਨੂੰ ਇਹ ਵੀ ਕਰਨਾ, ਉਹ ਵੀ ਕਰਨਾ, ਤਾਂ ਮਿਲ ਜੁਲ ਕੇ ਚੱਲਣਾ ਪਏਗਾ। ਆਪਾਂ ਹੁਣ ਉਵੇਂ ਪਿਛਲਾ ਵਾਲਾ ਨਹੀਂ ਸੋਚ ਸਕਦੇ ਕਿ ਮੈਂ ਪਹਿਲਾਂ ਐਵੇਂ ਕਰਦਾ ਸੀ ਜਾਂ ਮੈਂ ਪਹਿਲਾਂ ਉਵੇਂ ਕਰਦਾ ਸੀ। ਜ਼ਰੂਰੀ ਹੈ, ਅਤੇ ਇਹ ਕਰਦੇ ਹੋਏ ਨਾ ਸਿਰਫ ਤੁਸੀਂ ਉਹਨਾਂ ਦਾ ਫਾਇਦਾ ਕਰ ਰਹੇ ਹੋ, ਉਹਨਾਂ ਦਾ ਬੋਝ ਹਲਕਾ ਕਰ ਰਹੇ ਹੋ, ਤੁਸੀਂ ਖੁਦ ਦਾ ਮਨ ਦਾ ਬੋਝ ਹਲਕਾ ਕਰ ਰਹੇ ਹੋ। ਤੁਹਾਨੂੰ ਚੰਗਾ ਮਹਿਸੂਸ ਹੋਏਗਾ। ਤੁਸੀਂ ਕਰਕੇ ਦੇਖੋ, ਤੁਹਾਨੂੰ ਖੁਦ ਪਤਾ ਲੱਗੇਗਾ। ਇੱਕ ਵਾਰ ਕਰੋਗੇ, 2 ਵਾਰ ਕਰੋਗੇ, 3 ਵਾਰ ਕਰੋਗੇ, ਫਿਰ ਤੁਹਾਨੂੰ ਲੱਗੇਗਾ ਕਿ ਨਹੀਂ, ਮੈਨੂੰ ਚੰਗਾ ਲੱਗ ਰਿਹਾ ਇਹ ਕਰਨਾ ਵੀ। ਕਿਉਂਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਆਪਣਾ ਜਿਹੜਾ ਇਹ ਦਿਮਾਗ ਹੈ, ਇਹਦੇ ਵਿੱਚ ਕੁਛ ਐਸੇ ਕੈਮੀਕਲ ਨਿਕਲਦੇ ਨੇ ਜਿਹਦੇ ਨਾਲ ਆਪਣਾ ਮਨ ਅੱਛਾ ਮਹਿਸੂਸ ਕਰਦਾ ਹੈ, ਚਿੱਤ ਅੱਛਾ ਫੀਲ ਕਰਦਾ ਹੈ। ਕਿਉਂਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਆਪਾਂ ਨੂੰ ਚੰਗਾ ਨਹੀਂ ਲੱਗਦਾ, ਉਸੇ ਤਰੀਕੇ ਨਾਲ ਜਦੋਂ ਆਪਾਂ ਘਰਦਿਆਂ ਦੀ ਵੀ ਮਦਦ ਕਰਾਂਗੇ ਤਾਂ ਵੀ ਆਪਾਂ ਨੂੰ ਵੀ ਚੰਗਾ ਲੱਗੇਗਾ। ਤਾਂ ਇਹ ਵੀ ਇੱਕ ਤਰੀਕਾ ਹੈ ਆਪਣੇ ਮਨ ਨੂੰ ਖੁਸ਼ ਰੱਖਣ ਦਾ। ਠੀਕ ਹੈ, ਚਲੋ ਦਿਨ ਦਾ ਆਪਾਂ ਕੰਮ ਕੀਤਾ, ਦੁਪਹਿਰ ਦਾ ਕੀਤਾ, ਫਿਰ ਸ਼ਾਮ ਨੂੰ ਵੀ ਕੁਛ ਨਾ ਕੁਛ ਐਸੀ ਰੂਟੀਨ ਬਣਾਉਣੀ ਜ਼ਰੂਰੀ ਹੈ ਤਾਂ ਕਿ ਆਪਣਾ ਦਿਨ ਪੂਰਾ ਹੋ ਸਕੇ। ਜਿਵੇਂ ਕਿ ਅਗਰ ਤੁਹਾਡਾ
ਘਰ ਦੇ ਵਿੱਚ ਥੋੜ੍ਹਾ ਬਹੁਤ ਵਿਹੜਾ ਹੈ ਜਾਂ ਥੋੜ੍ਹਾ ਆਸ-ਪਾਸ ਉਹਦੇ ਤੁਸੀਂ ਚੱਕਰ ਲਗਾਓ, ਮਤਲਬ ਸੈਰ ਕਰੋ, ਥੋੜ੍ਹੀ ਬਹੁਤੀ ਸੈਰ ਕਰੋ, 15-20 ਮਿੰਟ ਘੱਟੋ ਘੱਟ ਆਰਾਮ ਨਾਲ ਸੈਰ ਕਰੋ। ਅਤੇ ਉਹਦਾ ਰੀਜ਼ਨ ਲੌਜਿਕ ਇਹੀ ਹੈ ਕਿ ਤੁਹਾਨੂੰ ਆਪਣਾ ਸਰੀਰ ਚੱਲਦਾ ਰੱਖਣਾ ਹੈ, ਠੀਕ ਹੈ, ਬੈਠਣਾ ਨਹੀਂ ਹੈ। ਅਤੇ ਬੱਚੇ ਵੀ ਨੇ, ਬੱਚਿਆਂ ਨੂੰ ਵੀ ਸੈਰ ਕਰਵਾਓ, ਉਹਨਾਂ ਨੂੰ ਵੀ ਘਰ ਸਿਰਫ ਬੈਠੇ ਨਾ ਰਹਿਣ ਦਿਓ, ਉਹਨਾਂ ਨੂੰ ਵੀ ਆਪਣੇ ਘਰ ਦੇ ਕੰਮਕਾਰਾਂ ਦੇ ਵਿੱਚ ਸਹਿਯੋਗ ਦਿਵਾਓ, ਡਾਂਟ ਕੇ ਨਹੀਂ, ਰੋਅਬ ਨਾਲ ਨਹੀਂ, ਪਿਆਰ ਨਾਲ, ਠੀਕ ਹੈ। ਇਹ ਆਪਾਂ ਜ਼ਰੂਰ ਕਰਨਾ ਹੈ। ਫਿਰ ਐਸੀਆਂ ਗੱਲਾਂ ਆਪਾਂ ਨੂੰ ਅਵੋਇਡ ਕਰਨੀਆਂ ਨੇ ਜਿਹੜੀਆਂ ਕਿ ਚਿੰਤਾਤਮਕ ਹੈਗੀਆਂ ਨੇ, ਜਿਵੇਂ ਕਿ ਕੀ ਬਣੂਗਾ, ਕੀ ਹੋਏਗਾ, ਠੀਕ ਹੈ। ਹਾਂ, ਆਪਾਂ ਇਹਨਾਂ ਗੱਲਾਂ ਨੂੰ ਕਰ ਸਕਦੇ ਹਾਂ, ਪਰ ਇਹਦਾ ਇੱਕ ਤਰੀਕਾ ਹੈ। ਜਿਵੇਂ ਕਿ ਅਗਰ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆ ਰਿਹਾ ਹੈ ਕਿ ਮੈਂ ਆਪਣੇ ਘਰਦਿਆਂ ਦੇ ਨਾਲ ਇਹ ਗੱਲ ਕਰਾਂ ਕਿ ਮੈਂ ਬਹੁਤ ਪਰੇਸ਼ਾਨ ਹਾਂ, ਕਿਵੇਂ ਕਰਾਂ, ਠੀਕ ਹੈ। ਤਾਂ ਜਿਵੇਂ ਹੀ ਉਹ ਵਿਚਾਰ ਆਇਆ, ਤੁਸੀਂ ਇਹ ਵਿਚਾਰ ਆਪਣੇ ਆਪ ਪੈਦਾ ਕਰਨ ਦੀ ਕੋਸ਼ਿਸ਼ ਕਰੋ ਕਿ ਹੁਣ ਤੱਕ ਮੇਰਾ ਗੁਜ਼ਾਰਾ ਹੋ ਰਿਹਾ ਸੀ, ਹੁਣ ਵੀ ਹੋਵੇਗਾ। ਇੱਕ ਨੈਗੇਟਿਵ ਥਾਟ ਆਇਆ ਤਾਂ ਉਹਦੇ ਬਦਲੇ ਇੱਕ ਚੰਗਾ ਜਿਹੜਾ ਵਿਚਾਰ ਹੈ ਉਹ ਵੀ ਪੈਦਾ ਕਰਨਾ ਹੈ, ਕਿਉਂਕਿ ਜੋ ਆਪਾਂ ਸੋਚਦੇ ਹਾਂ ਉਵੇਂ ਹੀ ਫਿਰ ਆਪਾਂ ਮਹਿਸੂਸ ਕਰਨ ਲੱਗ ਜਾਂਦੇ ਹਾਂ, ਅਤੇ ਜੋ ਆਪਾਂ ਮਹਿਸੂਸ ਕਰਨ ਲੱਗ ਜਾਂਦੇ ਹਾਂ ਉਵੇਂ ਹੀ ਆਪਾਂ ਕੰਮ ਕਰਨ ਲੱਗ ਜਾਂਦੇ ਹਾਂ। ਵਿਚਾਰ, ਭਾਵਨਾਵਾਂ ਅਤੇ ਆਪਣੇ ਕੰਮ, ਇਹ ਤਿੰਨੋਂ ਚੀਜ਼ਾਂ ਜੁੜੀਆਂ ਹੋਈਆਂ ਨੇ। ਜਿਵੇਂ ਦੇ ਵਿਚਾਰ ਆਉਣਗੇ ਉਵੇਂ ਦੀ ਆਪਣੀ ਭਾਵਨਾ ਬਣੇਗੀ, ਉਵੇਂ ਦੇ ਆਪਾਂ ਕੰਮਕਾਰ ਕਰਾਂਗੇ, ਠੀਕ ਹੈ। ਜਿਵੇਂ ਕਿ ਤੁਹਾਡੇ ਮਨ ਦੇ ਵਿੱਚ ਅਗਰ ਇਹੀ ਫੁਰੀ ਜਾਂਦਾ ਹੈ ਕਿ ਪਤਾ ਨਹੀਂ ਕੀ ਹੋਏਗਾ, ਪਤਾ ਨਹੀਂ ਕੀ ਹੋਏਗਾ, ਪਤਾ ਨਹੀਂ ਕੀ ਹੋਏਗਾ, ਉਵੇਂ ਹੀ ਉਦਾਸੀ ਦੀ ਭਾਵਨਾ ਪੈਦਾ ਹੋਏਗੀ। ਉਹੀ ਉਦਾਸੀ ਦੀ ਭਾਵਨਾ ਨਾਲ ਜਿਹੜਾ ਵੀ ਕੁਛ ਵੀ ਕਰਨ ਦੀ ਕੋਸ਼ਿਸ਼ ਕਰੋਗੇ ਉਹ ਢਹਿੰਦੀਆਂ ਕਲਾਵਾਂ ਦੇ ਵਿੱਚ ਹੀ ਹੋਏਗਾ, ਉਹ ਚੰਗੀ ਤਰ੍ਹਾਂ ਨਹੀਂ ਹੋ ਪਾਏਗਾ ਉਹ ਕੰਮ, ਠੀਕ ਹੈ। ਅਤੇ ਖਾਸ ਕਰਕੇ ਅਗਰ ਉਹ ਕਿਸੇ ਦੂਸਰੇ ਬੰਦੇ ਦਾ ਤੁਸੀਂ ਕੰਮ ਕਰ ਰਹੇ ਹੋ ਤਾਂ ਇਹ ਭਾਵਨਾ ਉਸਦੇ ਵੱਲ ਵੀ ਜਾਏਗੀ, ਅਗਲੇ ਨੂੰ ਵੀ ਲੱਗੇਗਾ ਕਿ ਨਹੀਂ, ਇਹ ਬੰਦਾ ਪਰੇਸ਼ਾਨ ਹੈ ਜਾਂ ਜੋ ਵੀ ਹੈ। ਅਗਰ ਉਹ ਤੁਹਾਡੇ ਨਾਲ ਜੁੜਿਆ ਹੋਇਆ ਹੈ, ਤੁਹਾਡੇ ਪਰਿਵਾਰ ਦਾ ਆਦਮੀ ਹੈ, ਤਾਂ ਉਹ ਉਸਨੂੰ ਵੀ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਤਾਂ ਹੋਣਾ ਇਹ ਚਾਹੀਦਾ ਹੈ ਕਿ ਇਹ ਠੀਕ ਹੈ ਕਿ ਹਾਂ ਤੁਹਾਨੂੰ ਉਦਾਸੀ ਜਾਂ ਇਹ ਸਮਾਂ ਐਸਾ ਹੈ ਕਿ ਤੁਹਾਨੂੰ ਨੈਗੇਟਿਵ ਖਿਆਲ ਆ ਰਹੇ ਨੇ, ਕੋਈ ਗੱਲ ਨਹੀਂ, ਆਉਣ ਦਿਓ। ਪਰ ਉਸ ਤੋਂ ਬਾਅਦ ਇੱਕ ਕੋਸ਼ਿਸ਼ ਆਪਣੇ ਵੱਲੋਂ ਇਹ ਕਰੋ ਕਿ ਤੁਸੀਂ ਇੱਕ ਪੋਜ਼ੀਟਿਵ, ਇੱਕ ਸਕਾਰਾਤਮਕ ਖਿਆਲ ਵੀ ਲੈ ਕੇ ਆਉਣਾ ਹੈ, ਠੀਕ ਹੈ। ਅਗਰ ਇੱਕ ਨੈਗੇਟਿਵ ਥਾਟ ਹੈ ਉਹਦੇ ਬਦਲੇ ਇੱਕ ਸਕਾਰਾਤਮਕ ਥਾਟ ਵੀ ਖੜ੍ਹਾ ਕਰਨਾ ਹੈ, ਕਿਉਂਕਿ ਉਹ ਆਟੋਮੈਟਿਕਲੀ ਹੋ ਰਿਹਾ, ਜਿਹੜੇ ਨੈਗੇਟਿਵ ਥਾਟ ਨੇ। ਇਹ ਆਪਾਂ ਨੂੰ ਐਫਰਟ ਮਾਰਨਾ ਪਏਗਾ ਕਿ ਆਪਾਂ ਨੂੰ ਜਿਹੜਾ ਸਕਾਰਾਤਮਕ ਥਾਟ ਹੈ ਲੈ ਕੇ ਆਉਣਾ ਹੈ, ਠੀਕ ਹੈ। ਅਤੇ ਖਾਸ ਤੌਰ 'ਤੇ ਸਵੇਰੇ ਉੱਠਦੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਹੋ ਜਿਹੀਆਂ ਗੱਲਾਂ ਨਾ ਕਰੋ। ਫਿਰ ਕੀ ਕਰਨਾ ਚਾਹੀਦਾ ਹੈ? ਉੱਠੋ ਤਾਂ ਆਪਣਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ। ਮੈਂ ਮੰਨਦਾ ਹਾਂ ਕਿ ਇਸ ਵਕਤ ਆਪਣੀਆਂ ਲੋੜਾਂ ਦੇ ਮੁਤਾਬਿਕ ਆਪਾਂ ਨੂੰ ਸ਼ਾਇਦ ਉਹਨਾਂ ਸੁਵਿਧਾ ਦੇ ਸਾਧਨ ਨਹੀਂ ਮਿਲ ਰਹੇ ਹੋਣਗੇ, ਪਰ ਫਿਰ ਵੀ ਆਪਣੇ ਹੱਥ ਪੈਰ ਨੇ, ਆਪਣਾ ਸਰੀਰ ਚੱਲ ਰਿਹਾ ਹੈ, ਆਪਣੇ ਘਰ ਦੇ ਵਿੱਚ ਬਿਜਲੀ ਹੈ, ਇਹ ਸਾਰੀਆਂ ਸੁਵਿਧਾਵਾਂ, ਫਿਰ ਵੀ ਕੁਝ ਸੁਵਿਧਾਵਾਂ ਤਾਂ ਹੈਗੀਆਂ ਨੇ ਨਾ, ਚਾਹੇ ਘੱਟ ਤੋਂ ਘੱਟ ਨੇ, ਬਟ ਫਿਰ ਵੀ ਅਗਰ ਆਪਾਂ ਇੱਕ ਸ਼ੁਕਰਾਨੇ ਵਾਲਾ ਵਿਚਾਰ ਪੈਦਾ ਕਰਾਂਗੇ ਸਵੇਰੇ ਉੱਠਦੇ ਸਾਰ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ, ਆਪਣੇ ਮਨ ਨੂੰ ਲੱਗੇਗਾ ਕਿ ਨਹੀਂ, ਚੀਜ਼ਾਂ ਠੀਕ ਨੇ ਅਤੇ ਚੀਜ਼ਾਂ ਠੀਕ ਹੋ ਸਕਦੀਆਂ ਨੇ, ਇੱਕ ਉਮੀਦ ਜਾਗੇਗੀ। ਅਤੇ ਇਹ ਉਮੀਦ ਜਗਾਉਣੀ ਆਪਣੇ ਮਨ ਲਈ ਬਹੁਤ ਜ਼ਰੂਰੀ ਹੈ। ਕਿਉਂਕਿ ਆਪਣਾ ਮਨ ਜਿਹੜਾ ਹੈ ਰਿਐਲਿਟੀ ਯਾਨੀ ਕਿ ਸੱਚ ਅਤੇ ਕਲਪਨਾ ਦੇ ਵਿੱਚ ਫਰਕ ਨਹੀਂ ਸਮਝਦਾ। ਆਪਣੇ ਮਨ ਨੂੰ ਇਹ ਮਹਿਸੂਸ ਕਰਵਾਉਣਾ ਜ਼ਰੂਰੀ ਹੈ ਕਿ ਸਭ ਚੰਗਾ ਹੋ ਜਾਵੇਗਾ ਜਾਂ ਸਭ ਚੰਗਾ ਹੋ ਚੁੱਕਾ ਹੈ। ਇਹੀ ਬੋਲਣਾ ਹੈ ਆਪਣੇ ਆਪ ਨੂੰ ਕਿ ਸਭ ਚੰਗਾ ਹੋ ਚੁੱਕਾ ਹੈ। ਇਹ ਵੀ ਨਹੀਂ ਬੋਲਣਾ ਕਿ ਸਭ ਚੰਗਾ ਹੋ ਜਾਵੇਗਾ। ਭਵਿੱਖ ਦੀ ਨਹੀਂ ਗੱਲ ਕਰਨੀ, ਇਹ ਬੋਲੋ ਕਿ ਚੰਗਾ ਹੋ ਚੁੱਕਾ ਹੈ, ਸਭ ਠੀਕ ਹੋ ਚੁੱਕਾ ਹੈ, ਮੇਰਾ ਪਰਿਵਾਰ ਸੁਖੀ ਹੈ, ਮੇਰਾ ਪਰਿਵਾਰ ਤੰਦਰੁਸਤ ਹੈ, ਮੈਂ ਤੰਦਰੁਸਤ ਹਾਂ, ਅਤੇ ਮੇਰੀ ਰੁਜ਼ਗਾਰ ਵਧੀਆ ਚੱਲ ਰਹੀ ਹੈ। ਚਾਹੇ ਉਹ ਨਹੀਂ ਵੀ ਚੱਲ ਰਹੀ ਹੋਵੇ, ਕੋਈ ਗੱਲ ਨਹੀਂ, ਇਹ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਸ਼ਾਇਦ ਝੂਠ ਲੱਗੇ, ਪਰ ਇੱਕ ਇਹ ਤਰੀਕਾ ਹੈ ਆਪਣੇ ਜਿਹੜੇ ਨੈਗੇਟਿਵ ਥਾਟ ਨੇ ਉਹਨਾਂ ਨਾਲ ਨਜਿੱਠਣ ਦਾ, ਆਪਣੇ ਆਪ ਨੂੰ ਇੱਕ ਉਮੀਦ ਜਗਾਉਣ ਦਾ ਕਿ ਨਹੀਂ, ਸਭ ਠੀਕ ਹੋਵੇਗਾ, ਸਭ ਠੀਕ ਹੋਵੇਗਾ। ਅਤੇ
ਸੌਣ ਤੋਂ ਪਹਿਲਾਂ ਅਗਰ ਤੁਸੀਂ ਇਹ ਬੋਲੋ ਬਹੁਤ ਬਹੁਤ ਸ਼ੁਕਰੀਆ, ਅਗਰ ਤੁਸੀਂ ਪਰਮਾਤਮਾ ਨੂੰ ਮੰਨਦੇ ਹੋ ਜਾਂ ਨਹੀਂ ਵੀ ਮੰਨਦੇ, ਜਾਂ ਜਿਸ ਕੁਦਰਤ ਨੂੰ ਮੰਨਦੇ ਹੋ ਜਿਸ ਨੇ ਤੁਹਾਨੂੰ ਬਣਾਇਆ ਹੈ, ਕਿ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਮੇਰੀ ਰੋਜ਼ੀ ਰੋਟੀ ਲਈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਮੇਰਾ ਪਰਿਵਾਰ ਤੰਦਰੁਸਤ ਹੈ, ਮੈਂ ਤੰਦਰੁਸਤ ਹਾਂ, ਤੇਰੇ ਮੇਰਾ ਮੇਰਾ ਰੁਜ਼ਗਾਰ ਬਹੁਤ ਵਧੀਆ ਚੱਲ ਰਿਹਾ ਹੈ, ਮੈਨੂੰ ਰੋਟੀ ਟਾਈਮ ਸਿਰ ਮਿਲ ਰਹੀ ਹੈ, ਮੈਨੂੰ ਖਾਣ ਪੀਣ ਟਾਈਮ ਸਿਰ ਮਿਲ ਰਿਹਾ ਹੈ। ਐਵੇਂ ਦੇ 2-3 ਵਿਚਾਰ ਤੁਸੀਂ ਸਿਲੈਕਟ ਕਰੋ ਅਤੇ ਉਸ ਨੂੰ ਦੁਹਰਾਉਣਾ ਹੈ। ਐਵੇਂ ਬੋਲਣਾ ਹੈ ਕਿ ਆਲਰੇਡੀ ਹੋ ਰਹੇ ਹੋਣ, ਜਿਵੇਂ ਕਿ ਉਹ ਹੋ ਰਹੇ ਹੋਣ। ਇਹ ਨਹੀਂ ਬੋਲਣਾ ਕਿ ਉਹ ਹੋ ਜਾਣ, ਇਹ ਬੋਲਣਾ ਹੈ ਕਿ ਹੋ ਰਹੇ ਨੇ। ਬਹੁਤ ਬਹੁਤ ਸ਼ੁਕਰੀਆ, ਮੇਰਾ ਪਰਿਵਾਰ ਤੰਦਰੁਸਤ ਹੈ, ਤੰਦਰੁਸਤ ਹੋਵੇਗਾ ਨਹੀਂ ਹੈ, ਚਾਹੇ ਉਹ ਫਿਲਹਾਲ ਥੋੜ੍ਹਾ ਬਹੁਤਾ ਉੱਪਰ ਨੀਚੇ ਵੀ ਚੱਲ ਰਹੇ ਹੋਣ, ਪਰ ਬੋਲਣਾ ਇਹ ਹੈ ਕਿ ਮੇਰਾ ਪਰਿਵਾਰ ਤੰਦਰੁਸਤ ਹੈ। ਇਸ ਤਰੀਕੇ ਦੇ ਨਾਲ ਜਿਹੜੀ ਅਗਰ ਆਪਾਂ ਪ੍ਰਾਰਥਨਾ ਕਰਾਂਗੇ ਤਾਂ ਉਹਦਾ ਅਸਰ ਜ਼ਿਆਦਾ ਹੈ। ਇਹ ਇੱਕ ਅਲੱਗ ਤਰੀਕਾ ਹੈ ਪ੍ਰਾਰਥਨਾ ਕਰਨ ਦਾ। ਜਿਵੇਂ ਕਿ ਆਪਾਂ ਕਰਦੇ ਹਾਂ ਨਾ ਪ੍ਰਾਰਥਨਾ, ਤਾਂ ਐਵੇਂ ਕਰਨੀ ਹੈ ਕਿ ਉਹ ਆਲਰੇਡੀ ਹੋ ਰਹੀ ਹੈ। ਆਪਣੇ ਆਖਰੀ ਸੌਣ ਤੋਂ ਪਹਿਲੇ ਵਾਲੇ ਵਿਚਾਰ ਅਤੇ ਸਵੇਰੇ ਉੱਠਣ ਤੋਂ ਬਾਅਦ ਦੇ ਵਿਚਾਰ ਸਕਾਰਾਤਮਕ ਪੋਜ਼ੀਟਿਵ ਹੋਣੇ ਬਹੁਤ ਜ਼ਰੂਰੀ ਨੇ। ਤਾਂ ਕੋਸ਼ਿਸ਼ ਕਰੋ ਸ਼ੁਕਰਾਨੇ ਤੋਂ ਸ਼ੁਰੂ ਕਰੋ, ਸ਼ੁਕਰਾਨੇ 'ਤੇ ਖ਼ਤਮ ਕਰੋ, ਅਤੇ ਇਹੀ ਚੀਜ਼ ਆਪਣੇ ਬੱਚਿਆਂ ਅਤੇ ਆਪਣੇ ਘਰ ਵਾਲਿਆਂ ਨੂੰ ਵੀ ਸਿਖਾਉਣੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਐਵੇਂ ਕਿਉਂ? ਤੁਹਾਨੂੰ ਅਗਰ ਯਾਦ ਹੋਵੇਗਾ, ਬਚਪਨ ਦੇ ਵਿੱਚ ਆਪਾਂ ਨੂੰ ਸਾਖੀਆਂ ਸੁਣਾਈਆਂ ਜਾਂਦੀਆਂ ਸੀਗੀਆਂ ਛੋਟੇ ਹੁੰਦੇ ਹਾਂ ਸੌਣ ਤੋਂ ਪਹਿਲਾਂ। ਉਹਦਾ ਮਤਲਬ ਵੀ ਇਹੀ ਸੀਗਾ ਕਿ ਉਹ ਚੰਗੀਆਂ ਚੀਜ਼ਾਂ ਸਿਖਾਈਆਂ ਜਾਣ ਸੌਣ ਤੋਂ ਪਹਿਲਾਂ, ਤਾਂ ਕਿ ਆਪਣਾ ਜਿਹੜਾ ਮਨ ਹੈ ਨਾ, ਮਨ ਉਹ ਇਹਨਾਂ ਚੀਜ਼ਾਂ ਨੂੰ ਚੰਗੀ ਤਰੀਕੇ ਦੇ ਨਾਲ ਢਾਲ ਸਕੇ, ਆਪਣੇ ਮਨ ਦੇ ਵਿੱਚ ਮਹਿਸੂਸ ਕਰਕੇ ਉਸਨੂੰ ਸਟੋਰ ਕਰ ਸਕੇ। ਅਤੇ ਇਹ ਐਸੇ 2 ਸਮੇਂ ਹੁੰਦੇ ਨੇ ਜਦੋਂ ਕਿ ਬਹੁਤ ਅਸਰਦਾਰ ਹੁੰਦੀਆਂ ਨੇ। ਤਾਂ ਇਸ ਤਰੀਕੇ ਜ਼ਰੂਰ ਕਰੋ, ਠੀਕ ਹੈ। ਫਿਰ ਨਿਊਜ਼ ਨਹੀਂ ਜ਼ਿਆਦਾ ਦੇਖਣੀ ਦਿਨ ਦੇ ਵਿੱਚ। ਅਗਰ ਤੁਸੀਂ ਆਪਣੇ ਫੋਨ 'ਤੇ ਜਾਂ ਘਰ ਦੇ ਵਿੱਚ ਟੈਲੀਵਿਜ਼ਨ ਹੈ ਜਾਂ ਕੁਛ ਵੀ ਹੈ, ਅਗਰ ਕਿਸੇ ਵੀ ਸਾਧਨ ਦੇ ਰਾਹੀਂ ਅਗਰ ਟੈਲੀਵਿਜ਼ਨ ਨਹੀਂ ਵੀ ਹੈ, ਤੁਹਾਨੂੰ ਨਿਊਜ਼ ਸੁਣਨ ਨੂੰ ਮਿਲਦੀ ਹੈ ਬਾਰ-ਬਾਰ ਕਿ ਇੰਨੇ ਕੇਸ ਹੋ ਗਏ ਕਰੋਨਾ ਦੇ, ਇੰਨੇ ਲੋਕ ਪ੍ਰਭਾਵਿਤ ਹੋ ਗਏ। ਸਿਰਫ ਜਾਣਕਾਰੀ ਦੇ ਤੌਰ 'ਤੇ ਇੱਕ ਟਾਈਮ ਐਸਾ ਰੱਖ ਲਓ ਜਦੋਂ ਤੁਸੀਂ ਨਿਊਜ਼ ਸੁਣੋ, ਉਸ ਤੋਂ ਇਲਾਵਾ ਨਹੀਂ, ਠੀਕ ਹੈ। ਇਹ ਜ਼ਰੂਰ ਤੁਸੀਂ ਕਰਨਾ ਹੈ। ਅਤੇ ਬੱਚਿਆਂ ਨੂੰ ਖਾਸ ਕਰਕੇ ਨਹੀਂ ਆਪਾਂ ਝਾੜਨਾ ਜਾਂ ਡਾਂਟਣਾ ਇਸ ਵਕਤ ਬਹੁਤ ਜ਼ਰੂਰੀ ਹੈ। ਬੱਚਿਆਂ ਲਈ ਵੀ ਇੱਕ ਅਨੋਖਾ ਸਮਾਂ ਹੈ, ਉਹਨਾਂ ਨੇ ਪਹਿਲਾਂ ਕਦੀ ਇਹ ਸਮਾਂ ਨਹੀਂ ਦੇਖਿਆ, ਅਤੇ ਉਹ ਵੀ ਡਰੇ ਹੋਏ ਹੋਣਗੇ, ਉਹ ਵੀ ਇੱਕ ਅਲੱਗ ਤਰੀਕੇ ਦੀਆਂ ਭਾਵਨਾਵਾਂ ਮਹਿਸੂਸ ਕਰ ਰਹੇ ਹੋਣਗੇ। ਤਾਂ ਆਪਾਂ ਨੂੰ ਇਹ ਜ਼ਰੂਰੀ ਹੈ ਦੇਖਣਾ ਕਿ ਉਹਨਾਂ 'ਤੇ ਇਸ ਦਾ ਡਰ ਦਾ ਅਸਰ ਨਾ ਪਵੇ, ਕਿਉਂਕਿ ਬਚਪਨ ਦਾ ਜਿਹੜਾ ਅਸਰ ਹੁੰਦਾ ਹੈ ਨਾ ਮਨ 'ਤੇ, ਉਹ ਸਾਰੀ ਉਮਰ ਇੱਕ ਛਾਪ ਛੋੜ ਦਿੰਦਾ ਹੈ। ਜੋ ਵਿਚਾਰ ਆਪਾਂ ਅੱਜ ਮੰਨ ਲਵਾਂਗੇ ਬਚਪਨ ਦੇ ਵਿੱਚ, ਉਹ ਪੂਰੀ ਉਮਰ ਦੇ ਲਈ ਆਪਣੇ ਨਾਲ ਜੁੜ ਸਕਦੇ ਨੇ। ਇੰਨਾ ਜ਼ਿਆਦਾ ਅਸਰ ਹੁੰਦਾ ਹੈ। ਉਹ ਬਦਲਣੇ ਔਖੇ ਹੁੰਦੇ ਨੇ, ਇਸੇ ਕਰਕੇ ਮਨੋਵਿਗਿਆਨੀ ਫਿਰ ਉਹਨਾਂ ਲੋਕਾਂ ਨਾਲ ਕੰਮ ਕਰਦੇ ਨੇ ਜਿਨ੍ਹਾਂ ਦੇ ਵਿਚਾਰਾਂ 'ਤੇ ਅਸਰ ਪਿਆ ਹੁੰਦਾ ਹੈ ਬਚਪਨ ਦੇ ਵਿੱਚ ਜਾਂ ਵੱਡੇ ਹੋ ਕੇ ਵੀ। ਸੋ ਕੋਈ ਵੀ ਗੱਲ ਸਮਝਾਉਣੀ ਹੈ, ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ। ਨਹੀਂ ਮੰਨ ਰਿਹਾ, ਕੋਈ ਗੱਲ ਨਹੀਂ, ਥੋੜ੍ਹਾ ਰੁਕ ਕੇ ਸਮਝਾਓ, ਦੁਬਾਰਾ ਸਮਝਾਓ, ਅਤੇ ਐਗਜ਼ਾਮਪਲ ਦੇ ਤੌਰ 'ਤੇ, ਉਦਾਹਰਨ ਦੇ ਤੌਰ 'ਤੇ ਉਹਨਾਂ ਨੂੰ ਕੁਛ ਸਟੋਰੀ ਸਮਝਾਉਣ ਦੀ ਕੋਸ਼ਿਸ਼ ਕਰੋ। ਡਰਾਵਨੀਆਂ ਸਟੋਰੀਆਂ ਨਹੀਂ ਹੋਣੀਆਂ ਚਾਹੀਦੀਆਂ, ਠੀਕ ਹੈ। ਐਸੀਆਂ ਉਦਾਹਰਨਾਂ ਲੱਭੋ ਜਿਹਦੇ ਨਾਲ ਉਹ ਆਸਾਨੀ ਨਾਲ ਸਮਝ ਸਕਣ, ਠੀਕ ਹੈ। ਉਹਨਾਂ ਦੇ ਆਮ ਰੋਜ਼ਾਨਾ ਤੌਰ ਤਰੀਕਿਆਂ ਦੇ ਨਾਲ ਜੁੜੀਆਂ ਹੋਈਆਂ, ਠੀਕ ਹੈ। ਅਤੇ ਨਿਊਜ਼ ਦੀ ਖਾਸ ਕਰ ਉਹਨਾਂ ਦੇ ਨਾਲ ਗੱਲ ਨਾ ਕਰੋ, ਅਤੇ ਜਿੰਨਾ ਹੋ ਸਕੇ ਉਹਨਾਂ ਤੱਕ ਇਹ ਅਸਰ ਨਹੀਂ ਪਹੁੰਚਣਾ ਚਾਹੀਦਾ, ਠੀਕ ਹੈ। ਤਾਂ ਕਿਉਂਕਿ ਉਹਨਾਂ ਨੂੰ ਅਗਰ ਇਹ ਪਹੁੰਚੇਗਾ ਤਾਂ ਉਹ ਵਾਪਸ ਤੁਹਾਡੇ ਕੋਲ ਕੁਛ ਐਸੇ ਸਵਾਲ ਕਰਨਗੇ ਜਿਨ੍ਹਾਂ ਦਾ ਤੁਹਾਡੇ ਕੋਲ ਜਵਾਬ ਨਹੀਂ ਹੋਵੇਗਾ, ਅਤੇ ਉਸ ਨੂੰ ਝੂਠ ਦੇ ਰਾਹੀਂ ਅਗਰ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰੀਏ, ਚਾਹੇ ਥੋੜ੍ਹਾ ਬਹੁਤਾ ਅਗਰ ਉਹਨਾਂ ਦੇ ਸਵਾਲਾਂ ਨੂੰ ਆਪਾਂ ਨਹੀਂ ਨਜਿੱਠ ਸਕਦੇ ਇਸ ਵਕਤ, ਕਹਿਣ ਦਾ ਮਤਲਬ ਹੈ। ਤਾਂ ਨੈਗੇਟਿਵ ਉਹਨਾਂ ਨੂੰ ਨਾ ਬੋਲਿਆ ਜਾਵੇ, ਉਹਨਾਂ ਨੂੰ ਡਾਂਟਿਆ ਨਾ ਜਾਵੇ, ਇਹ ਜ਼ਰੂਰੀ ਹੈ। ਅਫਵਾਹਾਂ ਤੋਂ ਬਚੋ। ਕੋਈ ਵੀ ਨਿਊਜ਼ ਆਉਂਦੀ ਹੈ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਉਹਦਾ ਸੋਰਸ ਕੀ ਹੈ, ਉਹ ਕਿੱਥੋਂ ਨਿਊਜ਼ ਆਈ ਹੈ। ਕਿਸੇ ਨਿਊਜ਼ ਚੈਨਲ ਜਿਵੇਂ ਕਿ
ਚੰਗੇ ਨਿਊਜ਼ ਚੈਨਲ ਨੇ ਉਹ ਦਿੱਤੀ ਹੈ, ਕਿਹੜਾ ਨਿਊਜ਼ ਚੈਨਲ ਹੈ ਜਾਂ ਸਰਕਾਰੀ ਫਰਮਾਨ ਹੈ ਜਾਂ ਕੀ ਹੈ, ਉਹਨਾਂ ਨਿਊਜ਼ 'ਤੇ ਹੀ, ਉਹਨਾਂ ਖਬਰਾਂ 'ਤੇ ਹੀ ਵਿਸ਼ਵਾਸ ਰੱਖੋ। ਉਸ ਤੋਂ ਇਲਾਵਾ ਕੋਈ ਹੋਰ ਨਿਊਜ਼ 'ਤੇ ਵਿਸ਼ਵਾਸ ਕਰਨ ਦੀ ਕੋਈ ਲੋੜ ਨਹੀਂ ਹੈ, ਠੀਕ ਹੈ। ਕਿਉਂਕਿ ਆਪਾਂ ਜਿੰਨਾ ਜ਼ਿਆਦਾ ਇਹ ਖਬਰਾਂ ਦੇ ਵਿੱਚ ਪਾਵਾਂਗੇ ਓਨਾ ਜ਼ਿਆਦਾ ਡਰ ਲੱਗੇਗਾ। ਹਾਂ, ਜਾਣਕਾਰੀ ਦੇ ਤੌਰ 'ਤੇ ਇੱਕ ਟਾਈਮ ਤੁਸੀਂ ਉਸ ਨੂੰ ਜ਼ਰੂਰ ਸੁਣੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਸ ਪਾਸ ਕੀ ਚੱਲ ਰਿਹਾ ਹੈ, ਠੀਕ ਹੈ। ਘਰੋਂ ਬਾਹਰ ਹਾਲੇ ਨਾ ਨਿਕਲੋ, ਥੋੜ੍ਹਾ ਬਹੁਤ ਆਸ ਪਾਸ ਹੀ ਅਗਰ ਤੁਹਾਡੇ ਇੱਥੇ ਖੁੱਲ੍ਹਾ ਇਲਾਕਾ ਹੈ ਤਾਂ ਉੱਥੇ ਤੱਕ ਜਾਓ, ਬਟ ਆਪਣੇ ਉਸ ਇਲਾਕੇ ਤੋਂ ਬਾਹਰ ਨਾ ਨਿਕਲੋ, ਠੀਕ ਹੈ। ਅਤੇ ਲੋੜ ਪਵੇ ਤਾਂ ਹੈਲਪਲਾਈਨ ਦੇ ਨੰਬਰ ਵੋਲੰਟੀਅਰ ਦੇ ਥਰੂ ਜਾਂ ਕਿਸੇ ਹੋਰ ਪਿੰਡ ਦੇ ਬੰਦੇ ਤੋਂ ਲਵੋ ਤਾਂ ਕਿ ਕੋਈ ਐਮਰਜੈਂਸੀ ਹੋਵੇ ਘਰ ਦੇ ਵਿੱਚ, ਮੈਡੀਕਲ ਮਤਲਬ ਸਰੀਰਕ ਤੌਰ 'ਤੇ ਕੋਈ ਬਿਮਾਰੀ ਜਾਂ ਕੋਈ ਹੋਰ ਕੁਛ ਵੀ ਹੋ ਸਕਦਾ ਹੈ ਤਾਂ ਉਸ ਹੈਲਪਲਾਈਨ 'ਤੇ ਕਾਲ ਕਰੋ ਤਾਂ ਕਿ ਸਰਕਾਰ ਤੁਹਾਡੀ ਮਦਦ ਕਰ ਸਕੇ, ਠੀਕ ਹੈ। ਇਹਨਾਂ ਚੀਜ਼ਾਂ ਦਾ ਖਿਆਲ ਰੱਖੋ ਅਤੇ ਓਕੇ। ਚੰਗਾ ਦੋਸਤੋ, ਮੈਨੂੰ ਹੁਣ ਇਜਾਜ਼ਤ ਦਿਓ। ਜੇ ਤੁਹਾਡੇ ਕੋਈ ਵੀ ਸਵਾਲ ਹੋਣ, ਜਿਸ ਜ਼ਰੀਏ ਰਾਹੀਂ ਤੁਹਾਡੇ ਤੋਂ ਇਹ ਵੀਡੀਓ ਪਹੁੰਚੇ, ਉਹਨਾਂ ਨੂੰ ਆਪਣੇ ਸਵਾਲ ਲਿਖ ਕੇ ਭੇਜੋ, ਅਸੀਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ। ਅਤੇ ਹੋਰ ਵੀਡੀਓਜ਼ ਤੁਹਾਡੀ ਜਾਣਕਾਰੀ ਲਈ ਲੈ ਕੇ ਆਵਾਂਗੇ। ਧੰਨਵਾਦ।